सिख मज़हब के रूहानी पेशवा बाबा गुरु नानक देव जी के जन्मदिन दीयां खुशियां मनाउण लई अमरीका तो आए बहुत ही मुहब्बतां वाले वीर सरदार मनमोहन सिंह गिल जी अपने दो दोस्तां सरदार तजरिंदर सिंह रंधावा ते सरदार बलकार सिंह जी होरां दे नाल गुरुद्वारा जन्म स्थान ननकाना साहब विच अपनी मजहबी रस्मां अखंड पाठ ते माथा टेकी तो बाद अपने बापू जी की जन्म भूमि वेखण लई जिला ओकाड़ा के पिंड ਚੱਕ 5-1L विच आए ते पिंड दे लोकां ने उन्हां दा बड़ी गर्मजोशी दे नाल इस्तकबाल कीता। साडे नाल सरदार मनमोहन सिंह गिल जी ते उन्हां दे दोस्त मौजूद ने ते असी उन्हां नाल गलबात करने आ कि वो अपने बाप दादा दे पिंड आके की महसूस कर रहे हैं। ਪਹਿਲਾਂ ਤੇ ਸਾਰੇ ਪਿੰਡ ਵਾਸੀਆਂ ਦਾ ਬਹੁਤ ਬਹੁਤ ਸ਼ੁਕਰੀਆ, ਭਾਈ ਅਮੀਰ ਦਾ, ਭਾਈ ਉਸਮਾਨ ਦਾ ਤੇ ਇੱਥੋਂ ਦੇ ਲੰਬੜਦਾਰ ਸਾਹਿਬ ਦਾ ਤੇ ਜਿਹੜੇ ਵੀ ਭਾਈ ਅਮੀਰ ਦੇ ਦੋਸਤ ਨੇ ਇਹਨਾਂ ਦਾ ਬਹੁਤ ਬਹੁਤ ਸ਼ੁਕਰੀਆ ਜਿਨ੍ਹਾਂ ਸਾਨੂੰ ਬੜਾ ਵਾਰਮ ਵੈਲਕਮ ਕਿਹਾ ਆ। ਪਿੰਡ ਵਾਲਿਆਂ ਦਾ ਬਹੁਤ ਧੰਨਵਾਦ। ਕੀ ਕਹਾਂ ਸਰ, ਤੁਸੀਂ ਇੰਨੀਆਂ ਅੱਛੀਆਂ ਗੱਲਾਂ ਕਰ ਰਹੇ ਹੋ, ਤੁਹਾਨੂੰ ਇਹਨਾਂ ਨੇ ਇੰਨਾ ਪਿਆਰ ਦਿੱਤਾ ਹੈ, ਤੁਸੀਂ ਆਏ ਹੋ, ਤੁਹਾਡੇ ਤੇ ਇਹਨਾਂ ਨੇ ਗੁਲਪਾਸ਼ੀ ਕੀਤੀ ਹੈ, ਫੁੱਲ ਸੁੱਟੇ ਨੇ, ਤੁਹਾਡੇ ਗਲਾਂ 'ਚ ਫੁੱਲ ਪਾਏ ਨੇ ਤੇ ਤੁਹਾਡਾ ਇੱਥੇ ਜਨਮ ਭੂਮੀ ਹੈ। ਸਾਡੇ ਬਾਪ ਦਾਦੇ ਕਦੀ ਇਹਨਾਂ ਗਲੀਆਂ 'ਚ ਖੇਡੇ ਸੀਗੇ ਤੇ ਅੱਜ ਕਰਮਾਂ ਵਾਲਾ ਸਮਝ ਲਓ ਵੀ ਮੈਂ ਉਹਨਾਂ ਦੀ ਜਨਮ ਭੂਮੀ 'ਤੇ ਬੈਠਾ। ਇਹ ਤੁਸੀਂ ਬੜੇ ਖੁਸ਼ਕਿਸਮਤ ਹੋ ਕਿ ਤੁਸੀਂ ਇੱਥੇ ਬੈਠੇ ਹੋਏ ਹੋ। ਅਸੀਂ ਵੀ ਇੱਥੇ ਪਾਕਿਸਤਾਨ 'ਚ ਰਹਿੰਦੇ ਹਾਂ। ਸਾਡੇ ਜਿਹੜੇ ਵੱਡੇ ਬਾਬਾ ਜਦਾਦ ਸਨ ਉਹ ਇੰਡੀਆ 'ਚ ਰਹਿੰਦੇ ਸਨ, ਅਸੀਂ ਉੱਥੇ ਨਹੀਂ ਜਾ ਸਕੇ ਅਤੇ ਬੜੇ ਖੁਸ਼ਕਿਸਮਤ ਹੋ ਕਿ ਤੁਸੀਂ ਅਮਰੀਕਾ ਤੋਂ ਸਪੈਸ਼ਲੀ ਆਪਣਾ ਉਹ ਘਰ ਵੇਖਣ ਆਏ ਹੋ। ਅਸੀਂ ਵੀ ਉਹ ਵੇਖਾਂਗੇ ਕਿ ਜਿੱਥੇ ਤੁਹਾਡੇ ਬਾਬਾ ਜਦਾਦ ਰਹਿੰਦੇ ਸਨ ਅਤੇ ਤੁਹਾਡੀਆਂ ਅੱਖਾਂ ਦੇ ਵਿੱਚ ਜਿਹੜਾ ਨਾ ਉਹ ਇਸ ਵਕਤ ਅਥਰੂ ਨੇ ਅਤੇ ਉਹ ਦੱਸ ਰਹੇ ਨੇ ਕਿ ਤੁਹਾਨੂੰ ਇੱਥੋਂ ਪਿਆਰ ਮਿਲਿਆ ਹੈ। ਅਤੇ ਉਹ ਹੁਣ ਅਸੀਂ ਉਸ ਪਿਆਰ ਦੇ ਬਾਰੇ ਤੁਹਾਨੂੰ ਪੁੱਛਾਂਗੇ ਕਿ ਇਹ ਬਜ਼ੁਰਗ ਮਿਲੇ ਨੇ, ਇਹਨਾਂ ਬਾਰੇ ਤੁਸੀਂ ਕੀ ਕਹਿੰਦੇ ਹੋ? ਇਹ ਬਜ਼ੁਰਗ ਵੀ ਇਹ ਦੱਸਦੇ ਨੇ ਕਿ ਅਸੀਂ ਫਿਰੋਜ਼ਪੁਰੋਂ ਉੱਠ ਕੇ ਆਏ ਹਾਂ, ਪਰ ਜਦੋਂ ਮੈਂ ਇਹਨਾਂ ਨੂੰ ਆਪਣੇ ਬਾਬਾ ਜੀ ਦੇ ਘਰ ਬਾਰੇ ਪੁੱਛਿਆ ਵੀ ਇੱਥੇ ਸਰਦਾਰ ਸੂਬੇਦਾਰ ਮੇਜਰ ਭਾਵਾ ਸਿੰਘ ਸੀਗੇ, ਉਹਨਾਂ ਦਾ ਚਬਾਰਾ ਸੀ, ਇੱਕੋ ਹੀ ਚਬਾਰਾ ਸੀ। ਇਹਨਾਂ ਦੱਸਿਆ ਸਾਰਿਆਂ ਨੇ ਵੀ ਬਹੁਤ ਵੱਡਾ ਘਰ ਸੀ ਸਾਡਾ। ਉਹ ਪਿਛਲੇ ਸਾਲ ਹੀ ਕਹਿੰਦੇ ਵੀ ਇਹਨਾਂ ਨੇ ਉਹਨੂੰ ਡਿਮਾਸ਼ ਕਿ ਉਹਨੂੰ ਢਾਇਆ ਆ, ਪਰ ਅਜੇ ਵੀ ਦੱਸਦੇ ਨੇ ਕੁਛ ਹਿੱਸਾ ਉਹਦਾ ਹੈਗਾ ਜਿਹੜਾ ਹੁਣੇ ਆਪਾਂ ਵੇਖਣ ਜਾਵਾਂਗੇ ਅਤੇ ਮੈਨੂੰ ਆਸ ਹੈ ਵੀ ਤੁਸੀਂ ਉਹ ਪਲੀਜ਼ ਕਵਰ ਵੀ ਜ਼ਰੂਰ ਕਰੋ। ਇਨਸ਼ਾਅੱਲਾ ਉਹ ਤੁਹਾਡਾ ਜਿਹੜਾ ਨਾ ਜੀ ਚੁਬਾਰਾ ਉਹਦੀਆਂ ਬਾਕੀਆਤ ਹਜੇ ਹੈ ਨੇ। ਉਹ ਕਹਿੰਦੇ ਨੇ ਪਿਛਲੇ ਸਾਲ ਹੀ ਉਹਨੂੰ ਗਿਰਾਇਆ ਗਿਆ। ਇੱਥੇ ਬਜ਼ੁਰਗਾਂ ਨੇ ਦੱਸਿਆ ਕਿ ਬੜੀ ਦੇਰ ਤੋਂ ਸੀ ਅਤੇ ਪੂਰੇ ਪਿੰਡ 'ਚ ਉਹੀ ਇੱਕ ਮਕਾਨ ਜਿਹੜਾ ਨਾ ਉੱਚਾ ਨਜ਼ਰ ਆਉਂਦਾ ਸੀ। ਹਾਂਜੀ, ਅਤੇ ਰਹੀ ਗੱਲ ਦੇਖੋ ਜੀ, ਇਹ ਦਿਲਾਂ 'ਚ ਕੋਈ ਦੂਰੀਆਂ ਨਹੀਂ ਆ, ਇਹ ਸਿਰਫ ਸਰਹੱਦਾਂ ਪੈ ਗਈਆਂ ਅਤੇ ਸਾਨੂੰ ਇੰਨਾ ਟਾਈਮ ਲੱਗ ਗਿਆ, ਪਰ ਹੁਣ ਜੇ ਰੱਬ ਨੇ ਚਾਹਿਆ ਤਾਂ ਅਸੀਂ ਹਰ ਸਾਲ ਇਹਨਾਂ ਨੂੰ ਮਿਲ ਕੇ ਜਾਇਆ ਕਰਾਂਗੇ। ਲੋ ਜੀ, ਸਰਦਾਰ ਸਾਹਿਬ ਨੇ ਬੜੀ ਅੱਛੀ ਗੱਲ ਕੀਤੀ ਹੈ। ਇਹਨਾਂ ਨੇ ਕਿਹਾ ਕਿ ਸਾਨੂੰ ਇੰਨਾ ਕੁ ਪਿਆਰ ਮਿਲਿਆ ਹੈ ਕਿ ਇਹਨਾਂ ਦੀਆਂ ਅੱਖਾਂ 'ਚ ਆਂਸੂ ਨੇ, ਅਥਰੂ ਨੇ, ਔਰ ਇਹ ਕਹਿ ਰਹੇ ਨੇ ਕਿ ਅਸੀਂ ਇਹਨਾਂ ਨਾਲ ਦੋਸਤਾਂ ਨਾਲ, ਇੱਥੋਂ ਦੇ ਰਿਹਾਇਸ਼ੀਆਂ ਨਾਲ, ਇੱਥੇ ਇਹਨਾਂ ਦੇ ਆਬਾਉਜਦਾਦ ਰਹਿੰਦੇ ਸਨ, ਉਹ ਮਕਾਨ ਵੀ ਅਸੀਂ ਦੇਖਣ ਜਾਣਾ ਕਿ ਅਸੀਂ ਹਰ ਸਾਲ ਹੁਣ ਆਇਆ ਕਰਾਂਗੇ। ਔਰ ਇਹ ਆਏ ਵੀ ਇੰਡੀਆ ਤੋਂ ਨਹੀਂ, ਇੰਡੀਆ ਤੋਂ ਇਹ ਅਮਰੀਕਾ 'ਚ ਜਾ ਕੇ ਮੁਕੀਮ ਹੋ ਗਏ ਨੇ ਅਤੇ ਇੰਡੀਆ 'ਚ ਵੀ ਇਹਨਾਂ ਦੇ ਅਜ਼ੀਜ਼ ਰਿਸ਼ਤੇਦਾਰੀਆਂ ਜਿਹੜੀਆਂ ਨੇ ਉੱਥੇ ਹੈਗੀਆਂ ਨੇ। ਉੱਥੇ ਵਿਆਹਾਂ ਸ਼ਾਦੀਆਂ 'ਚ ਵੀ ਇਹਨਾਂ ਦਾ ਕਹਿਣਾ ਕਿ ਉਹ ਆਉਂਦੇ ਜਾਂਦੇ ਨੇ, ਲੇਕਿਨ ਉਹਨਾਂ ਨੇ ਕਿਹਾ ਕਿ ਅਸੀਂ ਹਰ ਸਾਲ ਹੁਣ ਬਾਬਾ ਗੁਰੂ ਨਾਨਕ ਦੇਵ ਜੀ ਉਹਨਾਂ ਦੇ ਜਨਮ ਦਿਨ ਦੀ ਤਕਰੀਬਾਤ 'ਤੇ ਆਇਆ ਕਰਾਂਗੇ ਅਤੇ ਇੱਥੇ ਇਹਨਾਂ ਸਾਰੇ ਦੋਸਤਾਂ ਨੂੰ ਮਿਲ ਕੇ ਜਾਇਆ ਕਰਾਂਗੇ। ਸਾਡੇ ਨਾਲ ਇੱਕ ਹੋਰ ਸਰਦਾਰ ਜੀ ਵੀ ਮੌਜੂਦ ਨੇ, ਅਸੀਂ ਉਹਨਾਂ ਨਾਲ ਵੀ ਗੱਲ ਕਰਨੇ ਆ ਕਿ ਉਹ ਇੱਥੇ ਕੀ ਮਹਿਸੂਸ ਕਰ ਰਹੇ ਨੇ ਜੀ। ਮਹਿਸੂਸ ਆਪਣਾ ਹੀ ਲੱਗਦਾ ਜੀ ਇੱਥੇ ਸਾਰਾ ਹੀ, ਕੋਈ ਫਰਕ ਨਹੀਂ ਲੱਗਦਾ, ਬਹੁਤ ਪਿਆਰ ਕਰਦੇ ਆ ਅਤੇ ਜਾਣ ਨੂੰ ਤਾਂ ਦਿਲ ਨਹੀਂ ਕਰਦਾ। ਅਸੀਂ ਹੁਣ ਟਿਕਟ ਵਧਾਈ ਆ 1 ਵੀਕ ਦੀ, ਅਤੇ ਨਹੀਂ ਤਾਂ ਚੱਲ ਜਾਣਾ ਸੀਗਾ, ਅਸੀਂ ਅੱਜ ਜਾਣਾ ਸੀਗਾ ਅਤੇ ਹੁਣ 1 ਵੀਕ ਹੋਰ ਰਹਿ ਕੇ ਜਾਣਾ। ਜੀ ਇਹਨਾਂ ਨੇ ਬੜੀ ਅੱਛੀ ਗੱਲ ਕਰ ਦਿੱਤੀ ਹੈ ਕਿ ਸਾਡਾ ਤਾਂ ਜਾਣ ਨੂੰ ਇੱਥੋਂ ਦਿਲ ਹੀ ਨਹੀਂ ਕਰਦਾ ਪਿਆ, ਅਤੇ ਬੜੀ ਅੱਛੀ ਗੱਲ ਹੈ ਜੀ। ਇੰਨਾ ਪਿਆਰ, ਇੰਨਾ ਪਿਆਰ। ਸਰਦਾਰ ਜੀ ਤੁਸੀਂ ਕੀ ਕਹੋਗੇ? ਪਹਿਲਾਂ ਤਾਂ ਜੀ ਸਾਰੇ ਪਿੰਡ ਵਾਲਿਆਂ ਨੂੰ ਧੰਨਵਾਦ ਵੀ ਜਿਹੜੇ ਇੱਥੇ ਆਏ ਨੇ। ਅਸੀਂ ਆਪਣੇ ਦੋਸਤ ਮਨਮੋਹਨ ਸਿੰਘ ਗਿੱਲ ਦੇ ਨਾਲ ਆਏ ਹਾਂ ਵੀ ਇਹਨਾਂ ਦੇ ਬਾਬਾ ਜੀ ਦਾ, ਇਹਨਾਂ ਦੇ ਪਿਤਾ ਜੀ ਦਾ ਇਹ ਜਨਮ ਭੂਮ ਆ ਅਤੇ ਅਸੀਂ ਉਸ ਪਿੰਡ ਦੇ ਵਿੱਚ ਦਰਸ਼ਨ ਕਰਨ ਆਏ ਆ। ਅਸੀਂ ਬੜੇ ਭਾਵੁਕ ਹਾਂ, ਲਫ਼ਜ਼ ਜਿਹੜੇ ਆ ਮੁੱਕ ਜਾਂਦੇ ਆ ਇੱਥੇ ਆਣ ਕੇ ਜਦੋਂ ਦਿਲ ਦੀ ਗੱਲ ਜਿਹੜੀ ਕਰਨੀ ਹੁੰਦੀ ਆ, ਕਿਉਂਕਿ ਜਿਹੜੀ ਇਹ ਪੀੜ ਵਾ ਨਾ
ਇਹ ਪਿੰਡ ਵਾਲੇ ਮੇਰੇ ਬਜ਼ੁਰਗਾਂ ਨਾਲ ਗੱਲ ਕੀਤੀ ਆ, ਇਹ ਵੀ ਉਧਰੋਂ ਉੱਠ ਕੇ ਆਏ ਨੇ ਹੈ ਨਾ, ਅਤੇ ਇਹਨਾਂ ਦੇ ਦਿਲਾਂ ਦੇ ਵਿੱਚ ਵੀ ਉਹ ਇਹਨਾਂ ਦਾ ਆਪਣਾ ਪਿੰਡ ਜਿਹੜਾ ਵਾ ਉਹ ਵਸਿਆ ਹੋਇਆ ਵਾ। ਅਤੇ ਇਹ ਮਨਮੋਹਨ ਸਿੰਘ ਗਿੱਲ ਮੇਰਾ ਵੀਰ ਜਿਹੜਾ ਵੱਡਾ ਵਾ, ਅਸੀਂ ਕਹਿ ਲਓ ਵੀ ਬੜੇ ਚਿਰ ਦੀ ਖਾਸ ਸੀ ਇਹਦੀ ਵੀ ਮੈਂ ਜਾਣਾ ਵਾ, ਅਤੇ ਸਾਡਾ ਇੱਕਦਮ ਬਣ ਗਿਆ ਪ੍ਰੋਗਰਾਮ ਆਉਣ ਦਾ, ਅਤੇ ਇਹ ਕਹਿੰਦੇ ਮੈਂ ਪਿੰਡ ਜ਼ਰੂਰ ਜਾਣਾ। ਅਤੇ ਅਸੀਂ ਉਹਦਾ ਕਰਕੇ ਹੁਣ ਦੇਖੋ ਸਾਡੇ ਕੋਲ ਟਾਈਮ, ਤੁਹਾਨੂੰ ਪਤਾ ਅਸੀਂ ਸਾਰੇ ਗੁਰੂ ਘਰਾਂ ਦੇ ਦਰਸ਼ਨ ਕਰਨੇ ਸੀ, ਗੁਰਦੁਆਰਿਆਂ ਦੇ ਉਹ ਵੀ ਕੀਤੇ ਨੇ, ਅਤੇ ਪਰ ਅਸੀਂ ਆਪਣਾ ਜਿਹੜਾ ਵਾ ਟਿਕਟ ਜਿਹੜੀ ਉਹ ਅੱਗੇ ਕਰਤੀ ਆ ਵੀ ਅਸੀਂ ਜ਼ਰੂਰ ਦੇਖ ਕੇ ਜਾਣਾ ਵਾ। ਹੁਣ ਅੱਜ ਆਏ ਆ ਜਿੱਥੋਂ ਇਹ ਉੱਠ ਕੇ ਗਏ ਸੀ, ਅਤੇ 2 ਦਿਨ ਪਹਿਲਾਂ ਅਸੀਂ ਉੱਥੇ ਗਏ ਸੀ ਜਿੱਥੇ ਹੁਣ ਇਹ ਜਾ ਕੇ ਵਸੇ ਨੇ, ਅਤੇ ਉਹ ਪਿੰਡੋਂ ਆ ਕੇ ਵਸੇ ਨੇ ਹੈ ਨਾ ਇੱਥੇ ਆਣ ਕੇ ਹੁਣ, ਅਤੇ ਉਹਨਾਂ ਦੇ ਨਾਲ ਵੀ ਬੜੀ ਇਹਨਾਂ ਦੀ ਬੌਂਡਿੰਗ ਆ। ਅਤੇ ਹੁਣ ਇਹਦੇ ਜਿਹੜੇ ਇੱਥੇ ਪਿੰਡ ਵਾਲੇ ਆ ਇਹਨਾਂ ਦੇ ਨਾਲ ਵੀ ਇਹਨਾਂ ਦਾ ਬੜਾ ਪਿਆਰ ਵਾ, ਗੱਲਬਾਤ ਹੁੰਦੀ ਹੈ ਇੱਥੇ ਇਹਨਾਂ ਦੀ। ਅਤੇ ਸਾਨੂੰ ਤਾਂ ਇਹੋ ਹੀ ਆ ਵੀ ਜਿਹੜੀਆਂ ਸਰਹੱਦਾਂ ਵਾ ਉਹਨਾਂ ਨੇ ਸਾਡੇ ਲੋਕਾਂ ਨੂੰ ਦੂਰ ਕੀਤਾ ਹੋਇਆ ਵਾ, ਇੱਕ ਦੂਜੇ ਨਾਲ ਮਿਲਣਗੇ ਗਿਲਣਗੇ, ਪਿਆਰ ਦਿਲਾਂ ਦੇ ਵਿੱਚ ਸਾਡੇ ਉੱਦਾਂ ਹੀ ਆ। ਸਾਡੇ ਦਿਲਾਂ ਦੇ ਵਿੱਚ ਕੋਈ ਇਹੋ ਜਿਹੀ ਨਾ ਅਸੀਂ ਇੱਥੋਂ ਦੇ ਲੋਕਾਂ 'ਚ ਕੋਈ ਇਹ ਦਵੈਸ਼ ਵੇਖੀ ਆ ਵੀ ਇਹਨਾਂ ਦੇ ਕੋਈ ਸਾਡੇ ਪ੍ਰਤੀ ਮਾੜੀ ਭਾਵਨਾ ਹੋਵੇ, ਸਾਡੇ ਮਨਾਂ 'ਚ ਕੋਈ ਨਹੀਂ ਆ। ਸਾਨੂੰ ਤਾਂ ਇੰਨਾ ਪਿਆਰ ਮਿਲਿਆ ਵਾ ਵੀ ਜਿਹਨੂੰ ਅਸੀਂ ਬਿਆਨ ਨਹੀਂ ਕਰ ਸਕਦੇ। ਜਿਹੜੀ ਮੀਡੀਆ ਦੇ ਵਿੱਚ ਜਿੱਦਾਂ ਦੀਆਂ ਖਬਰਾਂ ਆਉਂਦੀਆਂ ਨੇ ਵੀ ਉਹੋ ਜਿਹਾ ਕੁਛ ਨਹੀਂ ਹੈਗਾ। ਸਾਨੂੰ ਤਾਂ ਕੋਈ ਦਿਖਿਆ ਨਹੀਂ ਆ ਸਾਡੇ ਨਾਲ ਕਿਸੇ ਨੇ ਕੋਈ ਇਹੋ ਜਿਹਾ ਕੋਈ ਵਿਹਾਰ ਕੀਤਾ ਨਹੀਂ, ਮਾੜਾ ਵਿਹਾਰ ਕੀਤਾ ਹੋਵੇ। ਅਤੇ ਸਾਨੂੰ ਤਾਂ ਹੱਥਾਂ ਦੇ ਉੱਤੇ ਜੇ ਕਹਿ ਲਈਏ ਵੀ ਹੱਥਾਂ 'ਤੇ ਚੁੱਕਿਆ ਲੋਕਾਂ ਨੇ, ਅਤੇ ਜਿਹੜੀ ਅਸੀਂ ਬਹੁਤ ਬਹੁਤ ਧੰਨਵਾਦੀ ਹਾਂ ਇੱਥੇ ਦੇ ਲੋਕਾਂ ਦੇ। ਸਾਡੇ ਭਰਾ ਨੇ, ਸਾਡੇ 'ਚੋਂ ਹੀ ਉੱਠ ਕੇ ਆਏ ਨੇ, ਅਸੀਂ ਇਹਨਾਂ 'ਚੋਂ ਉੱਠ ਕੇ ਗਏ ਹਾਂ। ਸਾਡੇ ਮਾਂ ਬੋਲੀ ਇੱਕ ਵਾ, ਸਾਡਾ ਖਾਣ ਪਾਣ ਇੱਕ ਵਾ, ਸਾਡੇ ਪਹਿਰਾਵੇ ਆ ਹੈ ਨਾ। ਸੋ ਉਹ ਜਿਹੜਾ ਪੰਜਾਬ ਦਾ ਕਲਚਰ ਆ ਜਿਹੜਾ ਤੁਸੀਂ ਇੱਥੇ ਦੇਖਦੇ ਆ, ਅਤੇ ਉਹੀ ਸਾਡੇ ਕੋਲ ਆ। ਅਜੇ ਤੁਸੀਂ ਸਾਡੇ ਨਾਲੋਂ ਜ਼ਿਆਦਾ ਸਾਂਭ ਕੇ ਰੱਖਿਆ ਵਾ, ਅਸੀਂ ਤਾਂ ਫਿਰ ਥੋੜ੍ਹਾ ਜਿਹਾ ਸਾਡੇ ਲੋਕ ਮਾਡਰਨਾਈਜ਼ ਹੋ ਗਿਆ। ਅਸੀਂ ਉੱਥੇ ਜਾਂਦੇ ਹਾਂ, ਸਾਨੂੰ ਕਈ ਚੀਜ਼ਾਂ ਜਿਹੜੀਆਂ ਉਹ ਅਜੇ ਵੀ ਇੱਥੇ ਤੁਹਾਡੇ ਹੈਗੀਆਂ ਅਵੇਲੇਬਲ, ਜਿਹੜੀਆਂ ਸਾਨੂੰ ਉੱਥੇ ਨਹੀਂ ਮਿਲਦੀਆਂ। ਮੈਂ ਉਹ ਦੇਖ ਰਿਹਾ ਸੀ ਹੁਣ ਤੁਹਾਡੇ ਮੰਜੇ ਆ, ਚਾਰਪਾਈਆਂ ਵਾ ਲੱਕੜ ਦੀਆਂ ਨੇ, ਸਾਡੇ ਲੋਕਾਂ ਨੇ ਉੱਥੇ ਲੋਹੇ ਦੀਆਂ ਕਰਤੀਆਂ ਸਾਰੀਆਂ ਹੈ ਨਾ। ਅਤੇ ਸਮਾਂ ਬਦਲ ਰਿਹਾ ਵਾ। ਇਹ ਪੰਜਾਬ ਦਾ ਇੱਕ ਨੈਚੁਰਲ ਹੁਸਨ ਹੈ। ਹਾਂਜੀ ਹਾਂਜੀ, ਬਿਲਕੁਲ ਬਿਲਕੁਲ। ਅਸੀਂ ਇਹੋ ਛੱਡ ਕੇ ਗਏ ਸੀ। ਮੈਨੂੰ 28 ਸਾਲ ਹੋ ਗਏ ਨੇ ਅਮਰੀਕਾ ਗਏ ਨੂੰ, ਗਿੱਲ ਸਾਹਿਬ ਨੂੰ 32-33 ਸਾਲ ਹੋ ਗਏ ਨੇ। ਅਸੀਂ ਇਹ ਚੀਜ਼ਾਂ ਛੱਡ ਕੇ ਗਏ ਸੀ, ਪਰ ਹੁਣ ਸਾਡੇ ਕਹਿ ਲਓ ਵੀ ਇਹ ਖਤਮ ਹੋ ਗਈਆਂ ਨੇ, ਪਰ ਤੁਹਾਡੇ ਇੱਧਰਲੇ ਬੰਨੇ ਹੈਗੀਆਂ ਨੂੰ ਬੜੀ ਖੁਸ਼ੀ ਹੋਈ ਆ ਇਹ ਦੇਖ ਕੇ ਵੀ ਸਾਰਾ ਕੁਝ ਜਿਹੜਾ ਉੱਦਾਂ ਹੀ ਤੁਸੀਂ। ਇਹ ਅਪਣਾਈਅਤ ਦਾ ਕਲਚਰ ਹੈ ਨਾ। ਹਾਂਜੀ ਹਾਂਜੀ, ਬਿਲਕੁਲ ਆਪਣਾ ਕਲਚਰ ਆ। ਪਰ ਅਸੀਂ ਧੰਨਵਾਦੀ ਹਾਂ ਫਿਰ ਪਿੰਡ ਵਾਸੀਆਂ ਦੇ ਜਿਹੜੇ ਇੰਨਾ ਪਿਆਰ ਦਿਖਾ ਰਹੇ ਆ, ਜਿਨ੍ਹਾਂ ਨੇ ਸਾਡੇ ਲਈ ਟਾਈਮ ਕੱਢਿਆ। ਦੇਖੋ ਹਰ ਕੋਈ ਬਿਜ਼ੀ ਹੁੰਦਾ ਹਰ ਕੰਮ ਕਾਰ ਦੇ ਵਿੱਚ। ਅਸੀਂ ਤਾਂ ਕੰਮ ਛੱਡ ਕੇ ਆਏ ਹੀ ਹਾਂ, ਪਰ ਤੁਸੀਂ ਆਪਣਾ ਟਾਈਮ ਕੱਢ ਕੇ ਸਾਨੂੰ ਟਾਈਮ ਦਿੱਤਾ ਵਾ, ਬੜੀ ਖੁਸ਼ੀ ਹੈ ਸਾਨੂੰ। ਅੱਛਾ ਬਾਬਾ ਜੀ, ਤੁਹਾਡੀ ਕਿੰਨੀ ਉਮਰ ਹੈ? ਆਪਣੀ 99 ਸਾਲ। 99 ਸਾਲ ਤੁਹਾਡੀ ਉਮਰ ਹੈ, ਮਾਸ਼ਾਅੱਲਾ। ਅਤੇ ਤੁਹਾਡਾ ਨਾਂ ਕੀ ਹੈ? ਮੁਹੰਮਦ ਅਮੀਨ। ਮੁਹੰਮਦ ਅਮੀਨ ਤੁਹਾਡਾ ਨਾਂ ਹੈ। ਅਤੇ ਇਹ ਉਕਾੜੇ ਦੇ ਪਿੰਡ 5 ਚੱਕ ਭੱਟੀਆਂ ਵਾਲੇ 'ਚ ਤੁਸੀਂ ਰਹਿੰਦੇ ਹੋ? ਹਾਂਜੀ। ਅਤੇ ਇਹ ਹੁਣ ਸਰਦਾਰ ਸਾਹਿਬ ਆਏ ਨੇ ਅਮਰੀਕਾ ਤੋਂ, ਸਪੈਸ਼ਲ ਆਏ ਨੇ ਆਪਣੇ ਇਹਨਾਂ ਦਾ ਇਹ ਵੱਡਿਆਂ ਦਾ ਪਿੰਡ ਸੀ, ਅਤੇ ਉਹ ਤੁਸੀਂ ਇਹਨਾਂ ਦੇ ਬਾਰੇ ਹੁਣ ਕੀ ਕਹੋਗੇ? ਇਹਨਾਂ ਬਾਰੇ ਜੀ ਅਸੀਂ ਬੜੇ ਖੁਸ਼ ਹੋਏ ਹਾਂ ਅਤੇ ਬੜੀ ਮਿਹਰਬਾਨੀ ਕੀਤੀ ਇਹਨੇ, ਅਤੇ ਇਹਨੂੰ ਸਾਡਾ ਪਿਆਰ ਮੁਹੱਬਤ ਹੋਇਆ ਹੈ ਅਤੇ ਆਏ ਨੇ, ਅਤੇ ਸਾਨੂੰ ਵੀ ਆਇਆ ਬੜੀ ਖੁਸ਼ੀ ਹੋ ਗਈ ਹੈ। ਉਹਦੀ ਵਜ੍ਹਾ ਵੀ ਸਾਨੂੰ ਸਾਡਾ ਵਤਨ ਕਦੇ ਯਾਦ ਆਉਂਦਾ ਹੈ ਨਾ, ਅਤੇ ਅਸੀਂ ਰੋਟੀ ਖਾਂਦੇ ਹੁੰਦੇ ਹਾਂ, ਅਤੇ ਅਸੀਂ ਰੋਟੀ ਵੀ ਉੱਥੇ ਰੱਖ ਦੇਈਏ। ਸਾਡਾ ਗਾ ਰੋਟੀ ਖਾਣ ਨੂੰ ਰੂਹ ਨਹੀਂ ਕਰਦਾ, ਅਤੇ 24 ਘੰਟੇ ਇੰਨੀ ਉਮਰ ਹੋ ਗਈ ਮੇਰੀ, ਕੋਈ ਕਾਰੋਬਾਰ ਕਰਾਂ ਵਤਨ ਮੇਰੀ ਅੱਖਾਂ ਅੱਗੇ ਰਹਿੰਦਾ। ਇਹਨਾਂ ਦਾ ਇੱਥੇ ਘਰ ਹੈ, ਉਹ ਬੜੀ ਦੇਰ ਤੋਂ ਤੁਸੀਂ ਸਾਰੇ ਪਿੰਡ ਵਾਲੇ ਉਹਨੂੰ ਸੰਭਾਲ ਰਹੇ ਹੋ। ਅਤੇ ਉਹ ਜਦੋਂ ਤੁਸੀਂ ਇੰਡੀਆ 'ਚ ਰਹਿੰਦੇ ਸੋ, ਉੱਥੇ ਜਿਹੜੇ ਤੁਹਾਡੇ ਸਿੱਖ ਇਹਨਾਂ ਦੇ ਵੱਡੇ ਦੋਸਤ ਸਨ, ਉਹਨਾਂ ਨਾਲ ਤੁਹਾਡਾ ਕਿਸ ਤਰ੍ਹਾਂ ਦਾ ਵਰਤਾਵਾ ਸੀ? ਉਹਨਾਂ ਦਾ ਵਰਤਾਵ ਇਹ ਸੀ ਵੀ ਸਾਨੂੰ ਕਿਹੜੇ, ਮੈਂ ਉਹ ਅੱਗੇ ਸਾਂ ਗੱਭਰੂ, ਮੈਨੂੰ ਇਹ ਪਤਾ ਨਹੀਂ ਹੁੰਦਾ ਸੀ ਵੀ ਇਹ ਸਰਦਾਰ ਜੱਟ ਹੈ ਜਾਂ ਮੈਂ ਮੁਸਲਮਾਨ ਹਾਂ। ਸਾਡਾ ਇੰਨਾ ਪਿਆਰ ਹੁੰਦਾ ਸੀ, ਅਤੇ ਰਾਤ 'ਤੇ ਖੇਡਦੇ, ਰਾਤ 'ਤੇ ਮਸ਼ਵਰੇ ਕਰਦੇ, ਜੋ ਗੱਲਬਾਤ ਹੁੰਦੀ ਕਰਦੀ। ਅਤੇ ਕਿਹੜੇ ਸਾਡੇ ਵੱਡੇ ਹੁੰਦੇ, ਜੇ ਉਹ ਕੋਈ ਸਰਦਾਰ ਜੱਟ ਫੌਤ ਹੋ ਗਿਆ, ਉਹ 5-7 ਰਾਤ 'ਤੇ ਮਿੱਟਰ ਪੈਂਦੇ, ਉਹ ਜਾ ਕੇ ਅਫਸੋਸ ਕਰਦੇ ਅੱਲਾ ਦਾ ਹੁਕਮ ਹੈ, ਅੱਗੋਂ ਸਰਦਾਰ ਵਾਲੇ ਭਾਈ ਅੱਲਾ ਦਾ ਹੁਕਮ ਹੈ। ਜੇ ਕੋਈ ਸਾਡਾ ਫੌਤ ਹੋਇਆ ਮੁਸਲਮਾਨ, ਅਤੇ 5-7 ਜੱਟ ਸੋਹਣੇ ਹੁੰਦੇ, ਸਿਰ 'ਤੇ ਪੱਗਾਂ ਬੰਨ੍ਹੀਆਂ ਹੁੰਦੀਆਂ, ਹੱਥ 'ਚ ਖੁੰਡੇ ਹੁੰਦੇ, ਅਤੇ ਉਹ ਆਉਂਦੇ ਅਤੇ ਉਹ ਸਾਬ ਸਲਾਮ, ਚੱਲ ਭਾਈ ਫਲਾਣਾ ਮੀਆਂ ਫੌਤ ਹੋ ਗਿਆ, ਚੱਲ ਸਰਦਾਰ ਗੋਡਾ ਨੂੰ ਆਈਏ।
ਉਹ ਨਾਮ ਥੱਬੀਆਂ ਬਾਜ ਮਿਲਣਾ ਮਹਿਸੂਸ ਕਰਨਾ। ਸਾਡੇ ਢਿੱਡ 'ਚ ਇਹ ਕੋਈ ਨਹੀਂ ਹੁੰਦੀ ਸੀ ਵੀ ਮੈਂ ਮੁਸਲਮਾਨ ਹਾਂ ਤੇ ਜੱਟ ਜਾਂ ਇਹ ਵੀ ਫਲਾਣੀ ਕੌਮ ਦਾ। ਸਾਡੇ ਇੰਨੇ ਪਿਆਰ ਤੇ ਮੁਹੱਬਤਾਂ ਹੁੰਦੀਆਂ। ਪਿਆਰ ਤੇ ਮੁਹੱਬਤਾਂ ਹੁੰਦੀਆਂ ਸਨ। ਬਾਬਾ ਜੀ ਦਾ ਇਹ ਕਹਿਣਾ ਹੈ ਜੀ ਕਿ ਜਦੋਂ ਅਸੀਂ ਇੰਡੀਆ ਦੇ ਵਿੱਚ ਰਹਿੰਦੇ ਸਾਂ ਤੇ ਸਿੱਖ ਜਿਹੜੇ ਸਨ ਉਹ ਇਹ ਪਤਾ ਨਹੀਂ ਸੀ ਸਾਨੂੰ ਹੁੰਦਾ ਕਿ ਇਹ ਸਿੱਖ ਨੇ, ਅਸੀਂ ਮੁਸਲਮਾਨ ਆ ਜਾਂ ਅਸੀਂ ਮੁਸਲਮਾਨ ਆ ਤੇ ਇਹ ਸਿੱਖ ਨੇ। ਇੰਨਾ ਪਿਆਰ ਉੱਥੇ ਹੁੰਦਾ ਸੀ ਇਹਨਾਂ ਦੇ ਨਾਲ। ਤੇ ਉਹੀ ਗੱਲਾਂ ਮਨਮੋਹਨ ਸਿੰਘ ਗਿੱਲ ਸਾਹਿਬ ਨੇ ਵੀ ਦੱਸੀਆਂ ਨੇ ਸਾਨੂੰ। ਤੇ ਇਹਨਾਂ ਮਨਮੋਹਨ ਸਿੰਘ ਗਿੱਲ ਸਾਹਿਬ ਨਾਲ ਅਸੀਂ ਫਿਰ ਗੱਲ ਕਰਾਂਗੇ ਕਿ ਮਨਮੋਹਨ ਸਿੰਘ ਜੀ, ਇਹ ਤੁਸੀਂ ਅੱਗੇ ਬੜੀ ਵੱਡੀ ਗੱਲ ਕੀਤੀ ਹੈ, ਸਾਰੇ ਲੋਕ ਖੁਸ਼ ਹੋ ਗਏ ਨੇ ਕਿ ਤੁਸੀਂ ਹਰ ਸਾਲ ਹੀ ਹੁਣ ਆਇਆ ਕਰਨਾ। ਤੇ ਤੁਹਾਡੇ ਦਿਲ ਦੇ ਵਿੱਚ ਇਹ ਹੁਣ ਕੀ ਅਰਮਾਨ ਨੇ? ਤੁਸੀਂ ਇੱਥੇ ਬੈਠੇ ਹੋ, ਤੁਹਾਡੀ ਅੱਖਾਂ 'ਚ ਜਿਹੜੇ ਆਂਸੂ ਨੇ ਉਹ ਦੱਸ ਰਹੇ ਨੇ ਕਿ ਤੁਹਾਨੂੰ ਬਹੁਤ ਜ਼ਿਆਦਾ ਪਿਆਰ ਇਹਨਾਂ ਲੋਕਾਂ ਨੇ ਦਿੱਤਾ। ਇਹ ਖੁਸ਼ੀ ਦੇ ਆਂਸੂ ਨੇ? ਬਿਲਕੁਲ ਜੀ, ਖੁਸ਼ੀ ਦੇ ਆਂਸੂ ਨੇ। ਤੇ ਵੇਖੋ ਜੀ, ਦਿਲ ਤੇ ਕਰਦਾ ਵੀ ਇੱਥੇ ਰਹਿ ਜਾਈਏ, ਯਕੀਨ ਜਾਣਿਓ, ਇੱਥੋਂ ਜਾਣ ਨੂੰ ਦਿਲ ਨਹੀਂ ਕਰਦਾ। ਲਓ ਜੀ, ਅਮਰੀਕਾ ਦੇ ਵਿੱਚ ਰਹਿਣ ਵਾਲੇ ਮਨਮੋਹਨ ਸਿੰਘ, ਸ਼ਾਹਾਨਾ ਜ਼ਿੰਦਗੀ ਗੁਜ਼ਾਰਨ ਵਾਲੇ ਇਹ ਮਨਮੋਹਨ ਸਿੰਘ ਗਿੱਲ ਸਾਹਿਬ, ਉਹ ਪਾਕਿਸਤਾਨ 'ਚ ਆਏ ਨੇ ਤੇ ਇੰਨਾ ਕਿ ਇਹਨਾਂ ਨੂੰ ਇੱਥੇ ਪਿਆਰ ਮਿਲਿਆ। ਚੱਕ ਨੰਬਰ 51L ਓਕਾੜਾ ਦੇ ਵਿੱਚ ਇਸ ਟਾਈਮ ਅਸੀਂ ਮੌਜੂਦ ਹਾਂ। ਇੱਥੇ ਇਹਨਾਂ ਦੇ ਅਬਾਓ ਅਜਦਾਦ, ਇਹਨਾਂ ਦੇ ਵੱਡ ਵਡੇਰੇ ਰਹਿੰਦੇ ਹੁੰਦੇ ਸਨ। ਉਹਨਾਂ ਦਾ ਇੱਥੇ ਘਰ ਵੀ ਹੈ, ਉਹ ਵੀ ਅਸੀਂ ਤੁਹਾਨੂੰ ਦਿਖਾਉਂਦੇ ਹਾਂ। ਤੇ ਉਹ ਕਹਿ ਰਹੇ ਨੇ ਕਿ ਮੇਰਾ ਦਿਲ ਨਹੀਂ ਕਰ ਰਿਹਾ। ਇਹਨਾਂ ਨੇ 8 ਦਿਨ ਦਾ ਵੀਜ਼ਾ ਵੀ ਆਪਣਾ ਵਧਾ ਲਿਆ ਵੇ ਔਰ ਇਹਨਾਂ ਦੀ ਅੱਖਾਂ 'ਚੋਂ ਜਿਹੜੇ ਆਂਸੂ ਨੇ ਉਹ ਦੱਸ ਰਹੇ ਨੇ, ਉਹ ਖੁਸ਼ੀ ਦੇ ਆਂਸੂ ਨੇ। ਉਹ ਦੱਸ ਰਹੇ ਨੇ ਕਿ ਇਹਨਾਂ ਨੂੰ ਇੰਨਾ ਕੁ ਪਿਆਰ ਮਿਲਿਆ ਕਿ ਇੱਥੋਂ ਪਾਕਿਸਤਾਨ ਨੂੰ ਛੱਡ ਕੇ ਜਾਣਾ ਨਹੀਂ ਚਾਹੁੰਦੇ। ਹਾਲਾਂਕਿ ਇੱਥੋਂ ਹਰ ਸ਼ਖਸ ਇਹ ਕਹੇਗਾ ਕਿ ਮੈਨੂੰ ਅਮਰੀਕਾ ਦਾ ਵੀਜ਼ਾ ਮਿਲ ਜਾਏ। ਕਿਉਂ ਜੀ? ਵੇਖੋ ਜੀ, ਕਈ ਚੀਜ਼ਾਂ ਨਾ ਤੁਸੀਂ ਪੈਸੇ ਨਾਲ ਨਹੀਂ ਤੋਲ ਸਕਦੇ ਔਰ ਹਰ ਚੀਜ਼ ਖਰੀਦੀ ਵੀ ਨਹੀਂ ਜਾਂਦੀ ਹੁੰਦੀ। ਪਿਆਰ ਜਿਹੜਾ ਤੁਸੀਂ ਦੇਣ ਦੇ ਹੋ ਇਹ ਲੱਖਾਂ ਕਰੋੜਾਂ ਅਸੀਂ ਸਾਨੂੰ ਨਹੀਂ ਮਿਲਦਾ। ਤੇ ਉਹ ਪਿਆਰ ਹੀ ਹੈ ਤਾਂ ਜਿਹੜਾ ਐਡੀ ਦੂਰੋਂ ਸਾਨੂੰ ਖਿੱਚ ਕੇ ਲੈ ਕੇ ਆਇਆ। ਤੇ ਰਹੀ ਗੱਲ ਉੱਥੋਂ ਦੀ ਜਾਂ ਇੱਥੋਂ ਦੀ, ਖਾਣੀ ਤੇ ਦੋ ਟਾਈਮ ਦੀ ਰੋਟੀ ਹੈ ਨਾ ਜੀ। ਕੋਈ ਕਿਸੇ ਨੇ ਤੇ ਇਹਦੇ ਤੋਂ ਵੱਧ ਜਿਹੜਾ ਜਿੰਨਾ ਤੁਸੀਂ ਸਾਡਾ ਸਤਿਕਾਰ ਕਰਦੇ, ਪਿਆਰ ਕਰਦੇ ਆ। ਮੇਰੇ ਨਾਲ ਮੇਰੇ ਦੋਸਤ ਆਏ ਨੇ ਤੇ ਇਹ ਪਰਸੋਂ ਦੀਆਂ ਅਸੀਂ ਇਹੋ ਗੱਲਾਂ ਕਰਦੇ ਜਦੋਂ ਦਾ ਅਸੀਂ ਉੱਥੋਂ ਨੈਕਸਟ ਟਾਈਮ ਤੁਹਾਨੂੰ ਮਿਲੇ ਸੀ ਮਾਨਾਂ ਵਾਲੇ ਲਾਗੋਂ। ਇਹ ਕਹਿੰਦੇ ਵੀ ਕਦੀ ਜ਼ਿੰਦਗੀ 'ਚ ਅਸੀਂ ਸੋਚਿਆ ਨਹੀਂ ਸਾਨੂੰ ਇੰਨਾ ਵੀ ਕੋਈ ਪਿਆਰ ਬੰਦਾ ਕਰ ਸਕਦਾ। ਇੰਨਾ ਤੁਹਾਂ ਸਾਡੇ 'ਤੇ ਫੁੱਲ ਬਰਸਾਏ। ਆਹ ਦੇਖੋ ਕੀ ਸਾਰਾ ਪਿੰਡ ਤੁਸੀਂ ਸਾਨੂੰ ਇਕੱਠਾ ਕਰਕੇ ਬਾਇਆ ਸਾਡੇ ਲਾਗੇ। ਸਾਨੂੰ ਹੋਰ ਕੀ ਚਾਹੀਦਾ ਜੀ? ਇਹਨਾਂ ਦਾ ਕਹਿਣਾ ਹੈ ਜੀ ਕਿ ਪਾਕਿਸਤਾਨ ਦੇ ਲੋਕ ਮੁਹੱਬਤ ਕਰਨ ਵਾਲੇ ਨੇ। ਤੁਸੀਂ ਸਾਨੂੰ ਮੁਹੱਬਤ ਇੰਨੀ ਕੁ ਦੇ ਦਿੱਤੀ ਕਿ ਸਾਡਾ ਦਿਲ ਨਹੀਂ ਕਰ ਰਿਹਾ ਕਿ ਅਸੀਂ ਅਮਰੀਕਾ ਚਲੇ ਜਾਈਏ, ਅਸੀਂ ਇੱਥੇ ਹੀ ਰਹਿ ਜਾਈਏ। ਤੇ ਇਹਨਾਂ ਦਾ ਇਹ ਵੀ ਕਹਿਣਾ ਹੈ ਕਿ ਜਿਹੜੀਆਂ ਹਕੂਮਤਾਂ ਨੇ ਸਰਹੱਦਾਂ ਬਣਾਈਆਂ ਹੋਈਆਂ ਨੇ, ਦਿਲਾਂ ਦੀਆਂ ਸਰਹੱਦਾਂ ਜਿਹੜੀਆਂ ਨੇ ਨਾ, ਉਹ ਦਿਲਾਂ 'ਚ ਸਰਹੱਦਾਂ ਨਹੀਂ ਹੋਣੀਆਂ ਚਾਹੀਦੀਆਂ। ਹਕੂਮਤਾਂ ਦੀਆਂ ਸਰਹੱਦਾਂ ਅਗਰ ਹੈ ਨੇ ਤੇ ਉਹ ਅਸੀਂ ਵੀਜ਼ਿਆਂ ਨਾਲ ਉਹਨਾਂ ਨੂੰ ਟੱਪ ਕੇ ਆ ਜਾਂਦੇ ਹਾਂ। ਮਹਿਸੂਸ ਕਰਦੇ ਹਾਂ ਕਿ ਕਦੀ ਸਾਡੇ ਬਾਬਾ ਜੀ, ਸਾਡਾ ਸਾਰਾ ਪਰਿਵਾਰ ਇਹਨਾਂ ਗਲੀਆਂ 'ਚ ਹੀ ਫਿਰਦਾ ਹੋਊਗਾ। ਤੇ ਬਸ ਇਹ ਵੀ ਅਸੀਂ ਸਾਡੇ ਬਾਪ ਕਹਿੰਦੇ ਥੋੜ੍ਹੀ ਜਿਹੀ ਮਿੱਟੀ ਲੈ ਕੇ ਆਵੀਂ ਮੇਰੇ ਘਰ ਦੀ, ਉਹ ਮੈਂ ਲੈ ਲਈ ਆ। ਬਾਕੀ ਇਹਨਾਂ ਭਾਈ ਸਾਹਿਬ ਇਹ ਨੇ ਜਿੱਥੇ ਤੁਹਾਡਾ ਬੜਾ ਸ਼ੁਕਰੀਆ, ਤੁਸੀਂ ਸਾਨੂੰ ਘਰ ਵਿਖਾਇਆ। ਇਹਨਾਂ ਨੇ ਦਰਵਾਜ਼ਾ ਤੁਹਾਡੇ ਲੱਗਾ ਸੀ, ਉਹ ਲੱਗਾ। ਅੱਛਾ, ਜਿਹੜਾ ਇਹ ਮਕਾਨ ਇਹਨਾਂ ਨੇ ਹੁਣ ਦੁਬਾਰਾ ਬਣਾ ਲਿਆ ਹੋਇਆ, ਬੜਾ ਖੂਬਸੂਰਤ ਮਕਾਨ ਬਣਾਇਆ ਹੋਇਆ, ਇਹ ਫਿਰ ਤੁਸੀਂ ਕੀ ਕਹੋਗੇ? ਦੇਖੋ ਜੀ, ਟਾਈਮ ਦੇ ਨਾਲ ਹਰ ਚੀਜ਼ ਖਤਮ ਹੋਣੀ ਤੇ ਜੇ ਉਹਨੂੰ ਫਿਰ ਜਿੱਥੇ ਰਹਿਣਾ ਹੈ ਉਹਨੂੰ ਤੁਸੀਂ ਸਮਝ। ਪਰ ਇਹਨਾਂ ਨੇ ਘਰ ਵੀ ਬਹੁਤ ਖੂਬਸੂਰਤ ਬਣਾਇਆ। ਜੇ ਅਸੀਂ ਹੁੰਦੇ ਹੋ ਸਕਦਾ ਅਸੀਂ ਵੀ ਇਸੇ ਤਰ੍ਹਾਂ ਬਣਾਉਂਦੇ ਬਸ ਅੱਜ ਦੇ ਹਿਸਾਬ ਨਾਲ। ਬਿਲਕੁਲ। ਇਹ ਤੁਸੀਂ ਫਿਰ ਇੱਥੇ ਤੁਹਾਡੇ ਵੱਡੇ ਬਜ਼ੁਰਗ ਇੱਥੇ ਆ ਕੇ ਰਿਹਾਇਸ਼ ਹੋ ਗਏ ਇੰਡੀਆ ਤੋਂ ਆ ਕੇ, ਤੇ ਇਹ ਹੁਣ ਤੁਸੀਂ ਮਕਾਨ ਕਿੰਨੀ ਦੇਰ ਤੋਂ ਬਣਾਇਆ? ਤੇ ਮਕਾਨ ਬਣਾਇਆ ਨੂੰ ਤਕਰੀਬਨ ਕੋਈ ਜੀ ਸਾਲ ਹੀ ਹੋਣਾ ਲਾਉਣਾ ਜੀ। ਸਾਲ ਹੋਣ ਵਾਲਾ। ਤੇ ਇਹ ਜਿਹੜਾ ਮਕਾਨ ਪਹਿਲੇ ਬਣਿਆ ਹੋਇਆ ਸੀ ਉਹ ਕਿਸ ਨਵਈਏ ਦਾ ਬਣਿਆ ਹੋਇਆ ਸੀ? ਉਹ ਖੂਬਸੂਰਤ ਸੀ ਜੀ, ਖੂਬਸੂਰਤ ਸੀ, ਮਜ਼ਬੂਤ ਸੀ। ਮਜ਼ਬੂਤ ਵੀ ਹੈਗਾ ਸੀ, ਖੂਬਸੂਰਤ ਵੀ ਹੈਗਾ ਸੀ। ਮਜ਼ਬੂਤ ਤੇ ਖੂਬਸੂਰਤ ਸੀ। ਤੇ ਹੁਣ ਤੁਸੀਂ ਅੱਜ ਦੇ ਡਿਜ਼ਾਈਨ ਦੇ ਨਾਲ ਫਿਰ ਬਣਾ ਲਿਆ? ਜੀ ਜ਼ਾਹਿਰੀ ਗੱਲ ਹੈ ਜੀ, ਡਿਜ਼ਾਈਨ ਨਾਲ ਵਕਤ ਨਾਲ ਹਰ ਚੀਜ਼ ਚੇਂਜ ਹੁੰਦੀ ਹੈ ਜੀ। ਤੇ ਇਹ ਜ਼ਿਆਦਾ ਜ਼ਰੂਰਤ ਹੈ ਜੀ ਸਾਡੀ। ਇਹਦੀਆਂ ਕੋਈ ਤਸਵੀਰਾਂ ਹੋਣਗੀਆਂ ਪੁਰਾਣੀਆਂ ਤੁਹਾਡੇ ਕੋਲ ਜਿਹੜੇ ਉਹ ਬਣਿਆ ਹੋਇਆ ਸੀ ਖੂਬਸੂਰਤ ਮਕਾਨ? ਨਹੀਂ, ਇਹਦੀਆਂ ਤਸਵੀਰਾਂ ਜੀ ਕੋਈ ਨਹੀਂ ਹੈਗੀਆਂ, ਲੇਕਿਨ ਮੈਂ ਫਿਰ ਵੀ ਚੈੱਕ ਕਰਾਂਗਾ ਜੀ। ਅਗਰ ਕੋਈ ਹੋਈਆਂ ਤਾਂ ਮੈਂ ਜ਼ਰੂਰ ਸੈਂਡ ਕਰ ਦਿਆਂਗਾ। ਬੜੀ ਅੱਛੀ ਗੱਲ ਕੀਤੀ ਹੈ ਜੀ। ਇਹਨਾਂ ਨੇ ਕਿਹਾ ਕਿ ਕੋਈ ਵਿਆਹ ਸ਼ਾਦੀ ਦੇ ਫੰਕਸ਼ਨ ਦੇ ਵਿੱਚ ਅਗਰ ਇਹਨਾਂ ਦੀਆਂ ਕੋਈ ਤਸਵੀਰਾਂ ਉਸ ਮਕਾਨ ਦੀਆਂ ਹੋਣਗੀਆਂ ਤੇ ਉਹ ਸਰਦਾਰ ਮਨਮੋਹਨ ਸਿੰਘ ਗਿੱਲ ਸਾਹਿਬ ਨੂੰ ਅਮਰੀਕਾ ਸੈਂਡ ਕਰ ਦੇਣਗੇ। तो नाज़रीन, देखते रहें क्योंकि कोई देखे ना देखे खलील तो देखेगा। इसी के साथ ही अपने मेज़बान खलील अहमद सज्जाद को इजाज़त दीजिए। अल्लाह निगहबान।